ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਇਸ ਪੀਪੀਟੀ ਵੀਡੀਓ ਸੈਸ਼ਨ ਵਿੱਚ ਜਾਣਾਂਗੇ ਕਿ MS ਐਕਸੈਸ ਵਿੱਚ ਫਾਰਮਸ ਐਂਡ ਰਿਪੋਰਟਸ ਨੂੰ ਵਿਜ਼ਾਰਡ ਦੀ ਮਦਦ ਨਾਲ ਕਿਵੇਂ ਤਿਆਰ ਕੀਤਾ ਜਾਂਦਾ ਹੈ। ਉਸ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਵੇਗਾ ਕਿ MS ਐਕਸੈਸ ਕੀ ਹੈ। MS ਐਕਸੈਸ ਦਾ ਪੂਰਾ ਨਾਮ ਮਾਈਕਰੋਸਾਫਟ ਐਕਸੈਸ ਹੈ। ਇਹ ਮਾਈਕਰੋਸਾਫਟ ਦਾ ਡਾਟਾਬੇਸ ਸੌਫਟਵੇਅਰ ਹੈ ਜਿਸ ਨੂੰ DBMS ਵੀ ਕਿਹਾ ਜਾਂਦਾ ਹੈ। DBMS ਦਾ ਮਤਲਬ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ ਜੋ ਰਿਲੇਸ਼ਨਲ ਮਾਈਕਰੋਸਾਫਟ ਜੈਟ ਡਾਟਾਬੇਸ ਨੂੰ ਗ੍ਰਾਫਿਕਲ ਯੂਜ਼ਰ ਇੰਟਰਫੇਸ ਅਤੇ ਸੌਫਟਵੇਅਰ ਟੂਲ ਨਾਲ ਜੋੜਦਾ ਹੈ ਅਤੇ ਮਾਈਕਰੋਸਾਫਟ ਐਪਲੀਕੇਸ਼ਨ ਦਾ ਇੱਕ ਪਾਰਟ ਹੈ। MS ਐਕਸੈਸ ਇੱਕ ਬਹੁਤ ਵਧੀਆ ਡਾਟਾਬੇਸ ਮੈਨੇਜਮੈਂਟ ਸਿਸਟਮ ਸੌਫਟਵੇਅਰ ਹੈ। ਇਹ MS ਆਫਿਸ ਪੈਕੇਜ ਸੌਫਟਵੇਅਰ ਦਾ ਹੀ ਪਾਰਟ ਹੈ। ਇਸ ਨੂੰ ਅਲੱਗ ਤੋਂ ਖਰੀਦਣ ਜਾਂ ਡਾਊਨਲੋਡ ਕਰਨ ਦੀ ਕੋਈ ਜ਼ਰੂਰਤ ਨਹੀਂ। MS ਐਕਸੈਸ ਅਸੀਂ ਕੋਈ ਵੀ ਡਾਟਾ ਰਿਕਾਰਡ ਕਰਦੇ ਹਾਂ ਉਸ ਨੂੰ ਡਾਟਾਬੇਸ ਕਹਿੰਦੇ ਹਨ। ਜਿਵੇਂ MS ਪਾਵਰਪੁਆਇੰਟ ਵਿੱਚ ਅਸੀਂ ਸਲਾਈਡ, MS ਐਕਸਲ ਵਿੱਚ ਅਸੀਂ ਸਪਰੈਡਸ਼ੀਟ ਅਤੇ MS ਵਰਡ ਵਿੱਚ ਅਸੀਂ ਡਾਕੂਮੈਂਟ ਤਿਆਰ ਕਰਦੇ ਹਾਂ। ਉਸੇ ਤਰ੍ਹਾਂ MS ਐਕਸੈਸ ਵਿੱਚ ਤਿਆਰ ਕੀਤਾ ਰਿਕਾਰਡ ਉਸ ਨੂੰ ਡਾਟਾਬੇਸ ਕਹਿੰਦੇ ਹਨ। ਆਓ ਆਪਾਂ ਜਾਣਦੇ ਹਾਂ ਕਿ MS ਐਕਸੈਸ ਵਿੱਚ ਫਾਰਮਸ ਨੂੰ ਕਿਵੇਂ ਕ੍ਰੀਏਟ ਕਰਦੇ ਹਨ। ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ਵਿੱਚੋਂ MS ਐਕਸੈਸ ਨੂੰ ਓਪਨ ਕਰੋ। ਕਲਿੱਕ ਔਨ ਡਾਟਾਬੇਸ। ਜੋ ਵੀ ਉਸ ਦੇ ਵਿੱਚ ਪਹਿਲਾਂ ਤੋਂ ਤੁਹਾਡਾ ਰਿਕਾਰਡਡ ਡਾਟਾ ਹੈਗਾ ਜੋ ਤੁਸੀਂ ਆਲਰੇਡੀ ਬਣਾ ਚੁੱਕੇ ਆ ਉਸ ਨੂੰ ਚੁਣੋ। ਉਸ ਦੇ ਵਿੱਚ ਜਦੋਂ ਵੀ ਤੁਸੀਂ ਡਾਟਾ ਰਿਕਾਰਡ ਕਰਦੇ ਹੋ ਟੇਬਲ ਦੇ ਰੂਪ ਵਿੱਚ ਜਾਂਦਾ ਹੈ। ਉਸ ਨੂੰ ਤੁਸੀਂ ਜੋ ਵੀ ਤੁਹਾਡਾ ਰਿਕਾਰਡਡ ਡਾਟਾ ਹੈਗਾ ਉਸ ਦੇ ਵਿੱਚੋਂ ਟੇਬਲ ਨੂੰ ਸਿਲੈਕਟ ਕਰੋ। ਫਸਟ ਸਕਰੀਨ ਅਪੀਅਰ ਔਨ ਦਾ ਸਕਰੀਨ ਆਫ MS ਐਕਸੈਸ। MS ਐਕਸੈਸ ਨੂੰ ਓਪਨ ਕਰਨ ਤੋਂ ਬਾਅਦ ਪਹਿਲੀ ਸਕਰੀਨ ਇਸ ਤਰ੍ਹਾਂ ਦੀ ਹੋਵੇਗੀ ਅਤੇ ਤੁਸੀਂ ਉਸ ਵਿੱਚ ਪਹਿਲਾਂ ਤੋਂ ਰਿਕਾਰਡਡ ਡਾਟਾਬੇਸ ਨੂੰ ਸਿਲੈਕਟ ਕਰੋਗੇ। ਇਸ ਸਕਰੀਨ ਨੂੰ ਇੱਧਰ ਹਾਈਲਾਈਟ ਕੀਤਾ ਹੋਇਆ। ਇਸ ਵਿੱਚ ਮੇਰੇ ਕੋਲ ਸਟੂਡੈਂਟ ਡਾਟਾ 3, ਮਾਈ ਡਾਟਾ, ਡਾਟਾਬੇਸ 3, ਡਾਟਾਬੇਸ 2 ਇਹ ਅਲੱਗ-ਅਲੱਗ ਰਿਕਾਰਡਡ ਡਾਟਾ ਹੈ ਜੋ ਮੇਰੇ ਕੰਪਿਊਟਰ ਵਿੱਚ ਹੈ। ਇਸ ਵਿੱਚੋਂ ਆਪਾਂ ਮਾਈ ਡਾਟਾ ਨੂੰ ਸਿਲੈਕਟ ਕਰਦੇ ਹਾਂ। Go to the ribbon and click on Create tab and select Form Wizard। ਟੈਬ ਰਿਬਨ ਵਿੱਚੋਂ ਅਸੀਂ Create ਟੈਬ ਨੂੰ ਸਿਲੈਕਟ ਕਰਾਂਗੇ ਅਤੇ ਤੁਸੀਂ ਆਪਣੀ ਸਕਰੀਨ ਉੱਪਰ ਵੇਖ ਰਹੇ ਹੋ ਕਿ Create ਟੈਬ ਨੂੰ ਓਪਨ ਕਰਨ ਤੋਂ ਬਾਅਦ ਕਿਹੜੇ-ਕਿਹੜੇ ਟੂਲਸ ਸ਼ੋ ਹੁੰਦੇ ਹਨ। ਸਭ ਤੋਂ ਪਹਿਲਾਂ ਟੈਂਪਲੇਟ ਗਰੁੱਪ ਆ ਜਾਂਦਾ, ਫਿਰ ਟੇਬਲ, ਫਿਰ ਕੁਐਰੀਜ਼, ਫਿਰ ਫਾਰਮਸ, ਫਿਰ ਰਿਪੋਰਟਸ, ਇਸ ਤਰ੍ਹਾਂ ਮੈਕਰੋ ਐਂਡ ਕੋਡ। ਤਾਂ ਅਸੀਂ ਇਸ ਵਿੱਚੋਂ ਕ੍ਰੀਏਟ ਟੈਬ ਨੂੰ ਸਿਲੈਕਟ ਕਰਨ ਤੋਂ ਬਾਅਦ ਫਾਰਮ ਵਿਜ਼ਾਰਡ ਵਾਲੇ ਫਾਰਮਸ ਗਰੁੱਪ ਦੇ ਵਿੱਚੋਂ ਅਸੀਂ ਫਾਰਮ ਵਿਜ਼ਾਰਡ ਨੂੰ ਸਿਲੈਕਟ ਕਰਾਂਗੇ। ਫਾਰਮ ਵਿਜ਼ਾਰਡ ਜਦੋਂ ਆਪਾਂ ਫਾਰਮ ਵਿਜ਼ਾਰਡ ਨੂੰ ਓਪਨ ਕਰਾਂਗੇ ਤਾਂ ਫਾਰਮ ਵਿਜ਼ਾਰਡ ਕੁਝ ਇਸ ਤਰ੍ਹਾਂ ਦਾ ਦਿਖਾਈ ਦੇਵੇਗਾ ਜਿਸ ਵਿੱਚ ਅਲੱਗ-ਅਲੱਗ ਸੈਕਸ਼ਨ ਬਣੇ ਹੋਏ ਆ। ਇੱਥੇ ਅਵੇਲੇਬਲ ਫੀਲਡਸ ਹੈਗੇ ਆ ਤਾਂ ਅਸੀਂ ਉਹਨਾਂ ਦੇ ਵਿੱਚੋਂ ਫੀਲਡਸ ਨੂੰ ਸਿਲੈਕਟ ਕਰਨਾ। ਫੀਲਡਸ ਕਿਹੜੇ ਹੁੰਦੇ ਆ? ਜੋ ਸਾਡੇ ਟੇਬਲ ਦੇ ਵਿੱਚ ਜੋ ਸਾਡਾ ਡਾਟਾ ਹੁੰਦਾ ਉਹਦੇ ਵਿੱਚ ਅਸੀਂ ਕਿਵੇਂ ਬਣਾਏ ਹੁੰਦੇ ਆ, ਜਾਂ ਕੋਈ ID ਹੋ ਗਿਆ, ਨੇਮ ਹੋ ਗਿਆ, ਲਾਸਟ ਨੇਮ, ਕਲਾਸ, ਜਿੱਦਾਂ ਸਟੂਡੈਂਟ ਨਾਲ ਰਿਲੇਟਡ ਕੋਈ ਡਾਟਾ ਹੈ ਤਾਂ ਉਸ ਦੇ ਵਿੱਚ ਅਸੀਂ ਕਲਾਸ ਦਾ ਨੇਮ ਪਾਵਾਂਗੇ, ਐਡਰੈਸ ਪਾਵਾਂਗੇ, ਉਸ ਦੀ ਮੋਬਾਈਲ ਨੰਬਰ ਲਾਵਾਂਗੇ। ਸੋ ਇਹ ਸਾਰੇ ਫੀਲਡਸ ਹੋ ਗਏ, ਅਵੇਲੇਬਲ ਫੀਲਡਸ ਹੈਗੇ ਆ। ਅਸੀਂ ਇਹਨਾਂ ਨੂੰ ਸਿਲੈਕਟ ਕਰਾਂਗੇ। ਇਸ ਨੂੰ ਸਿਲੈਕਟ ਕਰਨ ਤੋਂ ਬਾਅਦ ਅਸੀਂ ਜੋ ਵੀ ਇਹਦੇ ਵਿੱਚੋਂ ਸਾਨੂੰ ਫੀਲਡਸ ਦੀ ਲੋੜ ਹੈਗਾ ਜੋ ਅਸੀਂ ਆਪਣੇ ਫਾਰਮ ਦੇ ਵਿੱਚ ਡਿਸਪਲੇ ਕਰਨਾ ਚਾਹੁੰਦੇ ਹਾਂ, ਜ਼ਰੂਰੀ ਨਹੀਂ ਅਸੀਂ ਇਹਨਾਂ ਨੂੰ ਸਾਰੇ ਸਿਲੈਕਟ ਕਰਨੇ ਆ। ਅਸੀਂ ਜੋ ਵੀ ਡਿਸਪਲੇ ਕਰਨਾ ਚਾਹੁੰਦੇ ਹਾਂ ਆਪਣੇ ਫਾਰਮ ਦੇ ਵਿੱਚ ਸ਼ੋ ਹੋਣ ਤਾਂ ਅਸੀਂ ਉਹਨਾਂ ਨੂੰ ਸਿਲੈਕਟ ਕਰਨ ਤੋਂ ਬਾਅਦ 1 ਬਾਈ 1 ਇਸ ਬਟਨ ਨੂੰ ਪ੍ਰੈਸ ਕਰ ਸਕਦੇ ਹਾਂ। ਜੇ ਅਸੀਂ ਮਲਟੀਪਲ ਫੀਲਡਸ ਚਾਹੀਦੇ ਆ, ਸਾਨੂੰ ਸਾਰੇ ਫੀਲਡਸ ਚਾਹੀਦੇ ਆ ਤਾਂ ਅਸੀਂ
ਇਸ ਇਸ ਨੂੰ ਇਸ ਬਟਨ ਨੂੰ ਅਸੀਂ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਸਾਰੇ ਫੀਲਡ ਇਧਰਲੀ ਸਾਈਡ ਸਿਲੈਕਟਡ ਫੀਲਡਸ ਵਾਲੀ ਜਗ੍ਹਾ ਆ ਜਾਣਗੇ। ਫਾਈਨਲੀ ਸਾਡਾ ਫਾਰਮ ਰੈਡੀ ਹੋ ਗਿਆ ਹੈ। ਅਸੀਂ ਜੋ ਵੀ ਡਾਟਾ ਸਿਲੈਕਟ ਕੀਤਾ ਸੀ, ਜੋ ਵੀ ਅਸੀਂ ਉਸ ਦੇ ਵਿੱਚ ਆਪਣੇ ਫਾਰਮ ਦੇ ਵਿੱਚ ਡਿਸਪਲੇ ਕਰਨਾ ਚਾਹੁੰਦੇ ਸੀ, ਅਸੀਂ ਆਈਡੀ ਲਿਆ ਸੀ, ਅਸੀਂ ਨੇਮ ਨੂੰ ਸਿਲੈਕਟ ਕੀਤਾ ਸੀ, ਅਸੀਂ ਲਾਸਟ ਨੇਮ ਸਿਲੈਕਟ ਕੀਤਾ, ਐਡਰੈਸ, ਕਲਾਸ, ਈਮੇਲ ਆਈਡੀ, ਉਹ ਸਭ ਸਾਡਾ ਡਿਸਪਲੇ ਹੋ ਗਿਆ ਹੈ। ਇਹ ਫਾਈਨਲੀ ਸਾਡਾ ਫਾਰਮ ਰੈਡੀ ਹੋ ਗਿਆ ਹੈ। ਇਸ ਦੇ ਵਿੱਚ MS ਐਕਸੈਸ ਦੇ ਵਿੱਚ ਬਹੁਤ ਸਾਰੇ ਟੂਲਸ ਹੁੰਦੇ ਆ। ਜਦੋਂ ਅਸੀਂ ਫਾਰਮ ਰੈਡੀ ਕਰ ਲੈਂਦੇ ਆ ਤਾਂ ਅਸੀਂ ਉਸ ਨੂੰ ਹੋਰ ਵੀ ਕਾਫੀ ਵਧੀਆ ਲੁੱਕ ਬਣਾ ਸਕਦੇ ਹਾਂ। ਅਸੀਂ ਉਸ ਦੇ ਵਿੱਚ ਕੁਝ ਮੋਡੀਫਿਕੇਸ਼ਨਸ ਕਰ ਸਕਦੇ ਹਾਂ, ਜਿਸ ਤਰ੍ਹਾਂ ਇਸ ਨੇਮ ਤੋਂ ਨੈਕਸਟ ਨੇਮ ਕੌਣ ਹੈ, ਇੱਥੇ ਫਸਟ ਨੇਮ ਦਮਨਪ੍ਰੀਤ ਹੈ ਤਾਂ ਨੈਕਸਟ ਨੇਮ ਕੌਣ ਹੈ, ਅਸੀਂ ਉਸ ਦੇ ਲਈ ਇਸ ਜਗ੍ਹਾ ਨੂੰ ਸਿਲੈਕਟ ਕਰਕੇ ਜਾਂ ਕਿਸੇ ਵੀ ਜਗ੍ਹਾ ਤੇ ਅਸੀਂ ਇੱਕ ਬਟਨ ਵੀ ਲਗਾ ਸਕਦੇ ਹਾਂ, ਨੈਕਸਟ ਬਟਨ, ਜਿਸ ਦੇ ਨਾਲ ਉਹ ਅਗਲਾ ਰਿਕਾਰਡ ਆਪਣੇ ਸਾਹਮਣੇ ਸ਼ੋ ਹੋਵੇਗਾ। ਫਾਈਨਲੀ ਅਸੀਂ ਆਪਣਾ ਫਾਰਮ ਰੈਡੀ ਕਰ ਲਿਆ ਹੈ। ਨੈਕਸਟ ਆਪਣਾ ਜੋ ਅੱਜ ਦਾ ਟੌਪਿਕ ਸੀ, ਕ੍ਰੀਏਟਿੰਗ ਰਿਪੋਰਟਸ ਇਨ MS ਐਕਸੈਸ ਯੂਜ਼ਿੰਗ ਵਿਜ਼ਾਰਡ। ਤਾਂ ਅਸੀਂ ਪਹਿਲਾਂ ਦੇਖਿਆ ਕਿ ਅਸੀਂ ਇੱਕ MS ਐਕਸੈਸ ਦੇ ਵਿੱਚ ਕਿਸੇ ਟੇਬਲ ਨੂੰ ਸਿਲੈਕਟ ਕਰਦੇ ਹਾਂ ਤਾਂ ਉਸ ਦੇ ਵਿੱਚ ਜੋ ਵੀ ਸਾਡਾ ਡਾਟਾਬੇਸ ਹੈ ਉਸ ਦੇ ਵਿੱਚ ਅਸੀਂ ਇੱਕ ਫਾਰਮ ਰੈਡੀ ਕਰਦੇ ਹਾਂ। ਤਾਂ ਫਾਰਮ ਰੈਡੀ ਕਰਨ ਤੋਂ ਬਾਅਦ ਅਸੀਂ ਨੈਕਸਟ ਜੋ ਟੌਪਿਕ ਹੈ ਉਹ ਆਪਣਾ ਹੈ ਕ੍ਰੀਏਟਿੰਗ ਰਿਪੋਰਟਸ। ਤਾਂ ਰਿਪੋਰਟਸ ਦੇ ਵਿੱਚ ਅਸੀਂ ਸੇਮ ਉਸੇ ਕ੍ਰੀਏਟ ਟੇਬਲ ਟੈਬ ਦੇ ਵਿੱਚ ਜਾਵਾਂਗੇ। ਤਾਂ ਕ੍ਰੀਏਟ ਟੈਬ ਦੇ ਵਿੱਚੋਂ ਅਸੀਂ ਰਿਪੋਰਟ ਗਰੁੱਪ ਦੇ ਵਿੱਚ ਜਾਵਾਂਗੇ। ਰਿਪੋਰਟ ਗਰੁੱਪ ਦੇ ਵਿੱਚੋਂ ਲਾਸਟ ਤੇ ਅਸੀਂ ਸਿਲੈਕਟ ਕਰਾਂਗੇ ਰਿਪੋਰਟ ਵਿਜ਼ਾਰਡ। ਰਿਪੋਰਟ ਵਿਜ਼ਾਰਡ ਨੂੰ ਅਸੀਂ ਇਸ ਜਗ੍ਹਾ ਤੋਂ ਸਿਲੈਕਟ ਕੀਤਾ ਤੇ ਸਾਡੇ ਸਾਹਮਣੇ ਇਸ ਤਰ੍ਹਾਂ ਦੀ ਡਿਸਪਲੇ ਆਵੇਗੀ। ਸਾਡੇ ਕੋਲ ਰਿਪੋਰਟ ਵਿਜ਼ਾਰਡ ਓਪਨ ਕਰਨ ਤੋਂ ਬਾਅਦ ਇਸ ਤਰ੍ਹਾਂ ਦੀ ਸਕਰੀਨ ਓਪਨ ਹੋਵੇਗੀ। ਜਿਸ ਤਰ੍ਹਾਂ ਅਸੀਂ ਪਹਿਲਾਂ ਫਾਰਮ ਦੇ ਵਿੱਚ ਵੇਖਿਆ, ਫਾਰਮ ਵਿਜ਼ਾਰਡ ਦੇ ਵਿੱਚ ਵੇਖਿਆ, ਤਾਂ ਉੱਥੇ ਸਾਡੇ ਅਵੇਲੇਬਲ ਫੀਲਡਸ ਉਸੇ ਤਰ੍ਹਾਂ ਇੱਥੇ ਵੀ ਅਵੇਲੇਬਲ ਫੀਲਡਸ ਹਨ। ਅਸੀਂ ਆਪਣੀ ਰਿਪੋਰਟ ਦੇ ਵਿੱਚ ਕਿਹੜੀ ਚੀਜ਼ ਨੂੰ ਡਿਸਪਲੇ ਕਰਨਾ ਚਾਹੁੰਦੇ ਹਾਂ ਜਾਂ ਜਦੋਂ ਅਸੀਂ ਉਸ ਦਾ ਪ੍ਰਿੰਟ ਲਵਾਂਗੇ ਤਾਂ ਉਸ ਕਿਹੜੀ ਚੀਜ਼ ਉਸ ਦੇ ਵਿੱਚ ਡਿਸਪਲੇ ਹੋਣੀ ਚਾਹੀਦੀ ਆ। ਤਾਂ ਸੇਮ ਅਸੀਂ ਜੋ ਸਾਨੂੰ ਆਈਡੀ ਚਾਹੀਦੀ ਆ, ਨੇਮ ਚਾਹੀਦਾ, ਲਾਸਟ ਨੇਮ ਚਾਹੀਦਾ, ਜੋ ਵੀ ਸਾਨੂੰ ਇੱਥੇ ਰਿਕੁਆਇਰਡ ਹੈਗਾ ਤਾਂ ਅਸੀਂ 1 ਬਾਈ 1 ਉਹਨੂੰ ਇਸ ਬਟਨ ਦੇ ਨਾਲ ਸਿਲੈਕਟ ਕਰਾਂਗੇ ਤਾਂ ਸਾਡੇ ਸਿਲੈਕਟਡ ਫੀਲਡ ਇਸ ਸਾਈਡ ਤੇ ਡਿਸਪਲੇ ਹੋਣਗੇ। ਤਾਂ ਉਸ ਤੋਂ ਬਾਅਦ ਅਸੀਂ ਨੈਕਸਟ ਬਟਨ ਨੂੰ ਪ੍ਰੈਸ ਕਰਾਂਗੇ। ਨੈਕਸਟ ਬਟਨ ਨੂੰ ਪ੍ਰੈਸ ਕਰਨ ਤੋਂ ਬਾਅਦ ਜੋ ਵੀ ਇਸ ਦੀ ਲੇਆਊਟ ਹੋਊਗੀ ਉਹ ਸਾਡੇ ਤੋਂ ਰਿਪੋਰਟ ਵਿਜ਼ਾਰਡ ਰਾਹੀਂ ਪੁੱਛਿਆ ਜਾਊਗਾ। ਆਫਟਰ ਦੈਟ ਵੀ ਵਿਲ ਫਿਨਿਸ਼। ਫਾਈਨਲੀ ਰਿਪੋਰਟ ਰੈਡੀ ਟੂ ਪ੍ਰਿੰਟ ਔਰ ਡਿਸਪਲੇ। ਅਸੀਂ ਅੱਜ ਆਪਣੀ ਰਿਪੋਰਟ ਡਿਸਪਲੇ ਕਰਨ ਦੇ ਲਈ ਰੈਡੀ ਕਰ ਲਈ ਆ। ਤਾਂ ਅਸੀਂ ਦੇਖਿਆ ਕਿ ਰਿਪੋਰਟ ਵਿਜ਼ਾਰਡ ਦੀ ਮਦਦ ਨਾਲ ਸਾਨੂੰ ਸੇਮ ਫਾਰਮ ਵਾਲੇ ਆਪਸ਼ਨ ਮਿਲ ਰਹੇ ਸੀ, ਜਿਸ ਦੇ ਵਿੱਚੋਂ ਸਾਡੇ ਕੋਲ ਫੀਲਡਸ ਆ ਰਹੇ ਸੀ। ਫੀਲਡ ਦੇ ਵਿੱਚੋਂ ਆਈਡੀ ਅਸੀਂ ਸਿਲੈਕਟ ਕੀਤੀ, ਨੇਮ ਨੂੰ ਸਿਲੈਕਟ ਕੀਤਾ, ਲਾਸਟ ਨੇਮ ਸਿਲੈਕਟ ਕੀਤਾ, ਕਲਾਸ ਨੂੰ ਸਿਲੈਕਟ ਕੀਤਾ, ਈਮੇਲ ਆਈਡੀ ਨੂੰ ਸਿਲੈਕਟ ਕੀਤਾ। ਤਾਂ ਸਾਡੇ ਕੋਲ ਸਾਡੀ ਰਿਪੋਰਟ ਦੇ ਵਿੱਚ ਅਲੱਗ-ਅਲੱਗ ਫੀਲਡਸ ਡਿਸਪਲੇ ਹੋ ਰਹੇ ਆ। ਤਾਂ ਫਾਈਨਲੀ ਸਾਡੀ ਰਿਪੋਰਟ ਰੈਡੀ ਹੋ ਚੁੱਕੀ ਆ। ਇਸੇ ਤਰ੍ਹਾਂ ਜੇ ਅਸੀਂ ਇਸ ਅੱਜ ਦੇ ਪੂਰੇ ਸੈਸ਼ਨ ਦੇ ਵਿੱਚ ਦੋ ਚੀਜ਼ਾਂ ਸਿੱਖੀਆਂ ਕਿ MS ਐਕਸੈਸ ਦੇ ਵਿੱਚ ਵਿਜ਼ਾਰਡ ਦੀ ਮਦਦ ਨਾਲ ਫਾਰਮ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਅਤੇ ਰਿਪੋਰਟ ਵਿਜ਼ਾਰਡ ਦੀ ਮਦਦ ਨਾਲ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਤਾਂ ਉਮੀਦ ਹੈ ਇਹ ਸੈਸ਼ਨ ਮਦਦਗਾਰ ਹੋਵੇਗਾ। ਥੈਂਕ ਯੂ।